गुरु रूप साध संगत जी, मैं गुरवेल सिंह आप जी ਲਈ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਖਾਸ ਮੁਲਾਕਾਤ। ਇਸ ਪ੍ਰੋਗਰਾਮ ਵਿੱਚ ਅਸੀਂ ਆਪ ਜੀ ਨੂੰ ਉਹਨਾਂ ਮਹਾਨ ਹਸਤੀਆਂ ਦੇ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਹਸਤੀਆਂ ਨੇ ਬਹੁਤ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹੁੰਦੀਆਂ ਨੇ। ਤੇ ਅੱਜ ਸਾਡੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਟੂਡੀਓ ਵਿੱਚ ਪਹੁੰਚੇ ਹੋਏ ਹਨ ਸਿੱਖ ਕੌਮ ਦੇ ਬਹੁਤ ਹੀ ਸੁਲਝੇ ਹੋਏ ਵਿਦਵਾਨ ਸਰਦਾਰ ਸਰੂਪ ਸਿੰਘ ਜੀ ਅਲੱਗ ਸਾਹਿਬ। ਸਰਦਾਰ ਸਰੂਪ ਸਿੰਘ ਜੀ ਅਲੱਗ ਸਿੱਖ ਧਰਮ ਦੇ ਉਹ ਵਿਦਵਾਨ ਨੇ ਜਿਨ੍ਹਾਂ ਨੇ ਸਿੱਖੀ ਦੀ ਖੁਸ਼ਬੂ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਹੈ। ਤੇ ਅਸੀਂ ਅੱਜ ਕਰਦੇ ਹਾਂ ਇਹਨਾਂ ਦੇ ਨਾਲ ਖਾਸ ਮੁਲਾਕਾਤ। ਅਲੱਗ ਸਾਹਿਬ, ਆਪ ਜੀ ਦਾ ਚੜ੍ਹਦੀ ਕਲਾ ਟਾਈਮ ਟੀਵੀ ਦੇ ਇਸ ਖਾਸ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਲੱਗ ਸਾਹਿਬ, ਸਭ ਤੋਂ ਪਹਿਲੇ ਅਸੀਂ ਗੱਲ ਸ਼ੁਰੂ ਕਰਦੇ ਹਾਂ ਤੁਹਾਡੇ ਬਚਪਨ ਤੋਂ। ਇਹ ਬਚਪਨ ਕਿੱਥੇ ਬੀਤਿਆ, ਕਿੱਥੋਂ ਇਹ ਗੁਰਮਤ ਦੀਆਂ ਗੁੜਤੀਆਂ ਅਤੇ ਗੁਰਮਤ ਗਿਆਨ ਦੀ ਲਗਨ ਆਪ ਜੀ ਨੂੰ ਲੱਗੀ ਸੀ? ਤੁਹਾਡਾ ਗੁਰਵੇਲ ਸਿੰਘ ਜੀ, ਪਹਿਲਾ ਸਵਾਲ ਇੱਕ ਜਨਰਲ ਸਵਾਲ ਹੈ, ਠੀਕ ਹੈ, ਪਰ ਮੈਂ ਮਹਿਸੂਸ ਕਰਦਾ ਕਿ ਜੇ ਬਚਪਨ ਵਿੱਚ ਜੀ ਮਾਂ ਬਾਪ ਆਪਣੇ ਬੱਚਿਆਂ ਨੂੰ ਸਭ ਕੁਝ ਦੇਣ ਦੇ ਨਾਲ ਨਾਲ ਗੁਰਬਾਣੀ ਜਾਂ ਧਰਮ ਦੀ ਵੀ ਕੋਈ ਗੱਲ ਥੋੜ੍ਹੀ ਉਹਨਾਂ ਦੀ ਜ਼ਿੰਦਗੀ 'ਚ ਪਾਉਣ ਤਾਂ ਡੈਫੀਨੇਟਲੀ ਇੱਕ ਐਸਾ ਪੀਰੀਅਡ ਹੈ, ਇੱਕ ਐਸਾ ਸਮਾਂ ਜਿਹੜਾ ਉਸ ਬੱਚੇ ਦੀ ਜ਼ਿੰਦਗੀ ਦੀ ਫਾਊਂਡੇਸ਼ਨ ਨੂੰ ਐਸਾ ਸੋਹਣਾ ਪੱਕਾ ਸੁਦ੍ਰਿੜ ਕਰ ਦਿੰਦਾ ਹੈ ਕਿ ਅਗਲੀ ਸਾਰੀ ਜ਼ਿੰਦਗੀ 'ਚ ਕੁਛ ਵੀ ਕਰੇ ਉਹ ਆਪਣੇ ਧਰਮ ਤੋਂ ਨਹੀਂ ਭਟਕੇਗਾ, ਅਸੂਲਾਂ ਤੋਂ ਨਹੀਂ ਭਟਕੇਗਾ, ਆਪਣੀ ਰੌ ਰੀਤੀ ਨੂੰ ਨਹੀਂ ਤਿਆਗੇਗਾ ਔਰ ਉਸਨੂੰ ਇੱਕ ਅੱਛਾ ਇਨਸਾਨ ਬਣਨ ਵਾਸਤੇ ਹਰ ਹੀਲਾ ਵਸੀਲਾ ਵਰਤ ਕੇ ਵੀ ਉਹ ਉਹਨਾਂ ਗੁਣਾਂ ਨੂੰ ਸੰਭਾਲ ਕੇ ਰੱਖੇਗਾ। ਮੇਰੀ ਖੁਸ਼ਕਿਸਮਤੀ ਹੈ ਕਿ ਇੱਕ ਸਿੱਖ ਪਰਿਵਾਰ 'ਚ ਹੋਣ ਕਰਕੇ ਮੇਰੇ ਮਾਂ ਬਾਪ ਬੜੇ ਸੰਪੰਨ ਸਨ ਸਾਰੇ ਕੰਮਾਂ 'ਚ, ਲੇਕਿਨ ਸਿੱਖੀ ਵਿੱਚ ਵੀ ਬਹੁਤ ਉਹਨਾਂ ਦੀ ਇੱਕ ਜਜ਼ਬਾ ਸੀ, ਇੱਕ ਉਤਸ਼ਾਹ ਸੀ। ਮੈਨੂੰ ਯਾਦ ਹੈ ਕਿ ਮੈਂ ਛੋਟਾ ਹੁੰਦਾ ਸਾਂ ਤਾਂ ਉਹ ਮੈਨੂੰ ਹਰ ਕਿਸਮ ਦਾ ਲਾਡ ਪਿਆਰ ਕਰਦੇ ਸਨ, ਪਰ ਜਦ ਤੱਕ ਮੈਂ ਗੁਰਦੁਆਰੇ ਨਹੀਂ ਸੀ ਹੋ ਕੇ ਆਉਂਦਾ ਉਹ ਮੈਨੂੰ ਚਾਹ ਦਾ ਕੱਪ ਨਹੀਂ ਸੀ ਦਿੰਦੇ, ਬ੍ਰੇਕਫਾਸਟ ਨਹੀਂ ਸੀ ਦਿੰਦੇ। ਅਤੇ ਉਹ ਇੱਕ ਐਸੀ ਗੱਲ ਸੀ ਕਿ ਮੈਂ ਸੋਚਦਾ ਸਾਂ ਕਿ ਜਿਸ ਦਿਨ ਮੈਂ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਲੱਗਦਾ ਕਿ ਉਹ ਦਿਨ ਮੇਰੇ ਵਾਸਤੇ ਬਹੁਤ ਅਕਾਰਤ ਗਿਆ, ਔਖਾ ਗਿਆ। ਔਰ ਮੈਂ ਆਪਣੀ ਜ਼ਿੰਦਗੀ 'ਚ ਇਹ ਮਹਿਸੂਸ ਕੀਤਾ ਕਿ ਜੇ ਤੁਸੀਂ ਧਰਮ ਦੀ ਭਾਵਨਾ ਨਾਲ ਜੁੜ ਕੇ ਜ਼ਿੰਦਗੀ ਨੂੰ ਬਤੀਤ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਡੈਫੀਨੇਟਲੀ ਉਹ ਉਸ 'ਤੇ ਸਲੀਕਾ ਵੀ ਹੋਏਗੀ, ਮਰਿਆਦਾ ਵੀ ਹੋਏਗਾ, ਡਿਸਿਪਲਿਨ ਵੀ ਹੋਏਗੀ, ਉਤਸ਼ਾਹ ਵੀ ਹੋਏਗਾ, ਸੇਵਾ ਵੀ ਹੋਏਗੀ, ਸਿਮਰਨ ਵੀ ਹੋਏਗਾ, ਸਰਬੱਤ ਦੇ ਭਲੇ ਦੀ ਗੱਲ ਵੀ ਉਹਦੇ ਵਿੱਚ ਸ਼ਾਮਲ ਹੋਏਗੀ, ਜਿਹੜੇ ਕਿ ਸਾਡੇ ਧਰਮ ਦੇ ਬਹੁਤ ਵਿਸ਼ੇਸ਼ ਗੁਣ। ਔਰ ਮੈਂ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਨੂੰ ਜ਼ਿੰਦਗੀ 'ਚ ਹੰਡਾ ਸਕਾਂ, ਇਹਨਾਂ ਨਾਲ ਆਪਣੀ ਜ਼ਿੰਦਗੀ ਵਾਬਸਤਾ ਕਰ ਸਕਾਂ। ਔਰ ਸਤਿਗੁਰ ਦੀ ਮਿਹਰ ਹੋਈ ਹੈ ਅਤੇ ਮੈਂ ਕੋਈ ਥੋੜ੍ਹਾ ਬਹੁਤਾ ਜ਼ਰੂਰ। ਇਹ ਜਿਹੜਾ ਇੱਕ ਮੈਂ ਤੁਹਾਡਾ ਨਾ ਲੇਖ ਪੜ੍ਹਿਆ ਸੀ, ਬਹੁਤ ਪਿਆਰਾ ਲੇਖ ਹੈ, ਉਹ ਅਸੀਂ ਸਿੱਖ ਇਤਿਹਾਸ ਦੀ ਮਹਾਨ ਗਾਥਾ ਦੇ ਵਿੱਚ ਵੀ ਦਿੱਤਾ ਹੈ। ਉਸ ਦਾ ਜਿਹੜਾ ਉਹ ਫਿਲਮੀਕਰਨ ਕਰਕੇ ਉਸ ਨੂੰ ਬੱਚਿਆਂ ਦੀ ਸ਼ਖਸੀਅਤ ਉਸਾਰੀ ਵਿੱਚ ਉਹਨਾਂ ਨੂੰ ਨਸ਼ਿਆਂ ਤੋਂ ਬਚਾਉਣ 'ਚ ਜੋ ਮਾਂ ਦਾ ਯੋਗਦਾਨ ਹੁੰਦਾ ਹੈ, ਅਤੇ ਉਸ ਤੋਂ ਮੈਨੂੰ ਐਵੇਂ ਲੱਗਦਾ ਕਿ ਇਹ ਤੁਹਾਡੀ ਮਾਂ ਦਾ ਯੋਗਦਾਨ ਹੈ ਜਿਹੜਾ ਸ਼ਾਇਦ ਉਹੀ ਉੱਭਰ ਕੇ ਸਾਹਮਣੇ ਆਇਆ। ਦੇਖੋ, ਮੇਰੀ ਮਾਂ ਇਹ ਕਹਿੰਦੇ ਹੁੰਦੇ ਸੀ, ਪੁੱਤਰ ਇੱਕ ਤਾਂ ਨਸ਼ੇ ਹੋਣ ਜਿਹੜੇ ਲੋਕ ਸ਼ਾਮ ਨੂੰ ਕਰਕੇ ਆਪਣੇ ਆਪ ਨੂੰ ਬੰਦੇ ਤੋਂ ਪੂਤਨਾ ਬਣਾ ਦਿੰਦੇ ਨੇ ਜੀ, ਗਿਰ ਜਾਂਦੇ ਨੇ। ਇੱਕ ਨਸ਼ੇ ਹੋਣ ਜਿਹੜੇ ਬੰਦੇ ਨੂੰ ਬਹੁਤ ਵੱਡਾ ਉਲਾਰਾ ਦੇ ਦਿੰਦੇ ਨੇ, ਉਹ ਨਸ਼ੇ ਗੁਰਮਤ ਦਾ ਨਸ਼ਾ ਹੈ ਜੀ, ਉਹ ਪਿਆਰ ਦਾ ਨਸ਼ਾ ਹੈ, ਗੁਰਬਾਣੀ ਦਾ ਨਸ਼ਾ ਹੈ, ਸੱਚ ਬੋਲਣ ਦਾ ਨਸ਼ਾ ਹੈ, ਨਿਕ ਇਨਸਾਨ ਹੋਣ ਦੀ ਭਾਵਨਾ ਦਾ ਨਸ਼ਾ ਹੈ ਜੀ। ਮੈਂ ਚਾਹੁੰਦੀ ਹਾਂ ਕਿ ਮੇਰੇ ਬੱਚੇ ਉਸ ਨਸ਼ੇ ਨਾਲ ਹਮੇਸ਼ਾ ਸਰਸ਼ਾਰ ਰਹਿਣ। ਔਰ ਇਹ ਜਿਹੜੇ ਦੂਜੇ ਨਸ਼ੇ ਨੇ ਜਿਹੜੇ ਬੰਦੇ ਨੂੰ ਗਰਕ ਕਰਦੇ ਨੇ, ਨਾਲੀਆਂ ਛੱਡਦੇ ਨੇ, ਬਦਨਾਮੀ ਕਰਵਾ ਦਿੰਦੇ ਨੇ, ਉਹਦੀ ਜ਼ਿੰਦਗੀ ਦਾ ਸਾਰਾ ਬਖੇਰ ਕੇ ਰੱਖ ਦਿੰਦੇ ਨੇ, ਤਾਣਾ ਬਾਣਾ, ਇਸ ਤੋਂ ਮੇਰੇ ਬੱਚੇ ਬਹੁਤ ਦੂਰ ਰਹਿਣ। ਔਰ ਵਾਕਈ ਅਸੀਂ ਮਹਿਸੂਸ ਕਰਦੇ ਸਾਂ ਜਦੋਂ ਅਸੀਂ ਕਿਸੇ ਨੂੰ ਸੜਕ ਗਿਰਿਆ ਦੇਖਦੇ ਸਾਂ, ਨਸ਼ੇ ਦੀ ਗੁਲਤਾਨ ਦੇਖਦੇ ਸਾਂ, ਚੋਰੀ ਕਰਦਾ ਦੇਖਦੇ ਸਾਂ, ਇਸ ਨਸ਼ੇ ਦੀ ਪੂਰਤੀ ਵਾਸਤੇ ਤਾਂ ਅਸੀਂ ਮਹਿਸੂਸ ਕਰਦੇ ਸਾਂ ਕਿ ਸਾਨੂੰ ਜਾਂ ਤਾਂ ਸਤਿਗੁਰ ਨੇ ਬਚਾ ਲਿਆ ਜਾਂ ਸਾਡੇ ਮਾਂ ਬਾਪ ਨੇ ਵਕਤ ਸਿਰ ਜਿਹੜੀ ਸਾਨੂੰ ਟ੍ਰੇਨਿੰਗ ਦਿੱਤੀ ਹੈ ਉਸ ਨੇ ਸਾਨੂੰ ਸਹੀ ਰਸਤਾ ਜਿਹੜਾ ਉਹ ਦੱਸਿਆ। ਔਰ ਤੁਸੀਂ ਜਿਸ ਤਰ੍ਹਾਂ ਦੀ ਗੱਲ ਕਰ ਰਹੇ ਹੋ, ਉਹ ਮੇਰੀ ਕਿਤਾਬ ਹੈ ਗੁਰਮਤਿ ਤੇ ਨਸ਼ੇ ਜੀ, ਅਸੀਂ ਉਸ ਦੇ ਬਹੁਤ ਸਾਰੇ ਐਡੀਸ਼ਨ ਛਾਪ ਕੇ ਵੰਡੇ ਨੇ। ਔਰ ਮੈਨੂੰ ਇਸ ਗੱਲ 'ਚ ਕਹਿਣ 'ਚ ਬੜੀ ਸੰਤੋਖ ਮਹਿਸੂਸ ਹੋ ਰਿਹਾ ਜੀ ਕਿ ਉਹ ਕਿਤਾਬ ਅਸੀਂ ਹਿੰਦੀ 'ਚ ਵੀ ਛਾਪੀ ਹੈ, ਪੰਜਾਬੀ 'ਚ ਵੀ ਛਾਪੀ ਹੈ। ਜਿਨ੍ਹਾਂ ਨੇ ਪੜ੍ਹੀ ਹੈ ਉਹਨਾਂ ਨੇ ਕਿਹਾ ਸਾਡੇ ਵਾਸਤੇ ਇੱਕ ਦਸਤੇ ਮੁਬਾਰਕ ਸੀ, ਐਸਾ ਦਸਤਾਵੇਜ਼ ਸੀ ਕਿ ਅਸੀਂ ਇਸ ਨੂੰ ਪੜ੍ਹਨ ਤੋਂ ਬਾਅਦ ਆਪਣੇ ਆਪ ਨੂੰ ਸੁਦ੍ਰਿੜ ਕਰ ਰਿਹਾ
ਵੀ ਅਸੀਂ ਉਸ ਗੰਦੇ ਰਸਤੇ ਤੇ ਨਹੀਂ ਜਾਣਾ। ਤੇ ਜਿਹੜੇ ਉੱਥੇ ਜਾ ਚੁੱਕੇ ਸਨ ਉਹਨਾਂ ਨੇ ਇਹ ਕਿਤਾਬ ਪੜ੍ਹੀ ਹੈ ਤੇ ਉਹਨਾਂ ਨੇ ਕਿਹਾ ਇਸਨੇ ਇਤਨੀ ਸਾਨੂੰ ਸ਼ਕਤੀ ਦਿੱਤੀ ਹੈ, ਨਵਾਂ ਰਸਤਾ ਦਿੱਤਾ ਵੀ ਇਹ ਰਸਤਾ ਛੱਡ ਕੇ ਗੁਰਮਤਿ ਦੇ ਨਸ਼ੇ ਦੇ ਰਸਤੇ ਤੇ ਆਓ। ਔਰ ਅਸੀਂ ਵਾਪਸ ਮੁੜ ਆਇਆ। ਮੈਂ ਸਮਝਦਾ ਕਿ ਉਹ ਕਿਤਾਬ ਸਤਿਗੁਰਾਂ ਦੀ ਮਿਹਰ ਨਾਲ ਜਿੱਥੇ ਵੀ ਗਈ ਹੈ ਉਸ ਦਿਨ ਨਸ਼ਿਆਂ ਨੂੰ ਠੱਲ ਪਾਈ ਹੈ, ਇੱਕ ਨਵੀਂ ਜੀਵਨ ਜਾਂਚ ਦਿੱਤੀ ਹੈ। ਔਰ ਮੈਨੂੰ ਉਹ ਬੱਚੇ ਮਿਲਦੇ ਨੇ, ਉਹ ਵੱਡੇ ਮਿਲਦੇ ਨੇ ਜਿਹੜੇ ਕਹਿੰਦੇ ਇਸ 'ਤੇ ਗਰਗੀ ਦੇ ਰਾਹ 'ਤੇ ਪੈ ਚੁੱਕੇ ਸਾਂ, ਪਰ ਇਸ ਕਿਤਾਬ ਨੇ, ਇਸ ਵਿਚਾਰ ਨੇ, ਇਸ ਸੋਚ ਨੇ, ਤੁਹਾਡੀ ਇਸ ਲਿਖਤ ਨੇ ਸਾਡੇ ਵਿੱਚ ਮੋੜਾ ਹੀ ਨਹੀਂ ਪੈਦਾ ਕੀਤਾ। ਅਸੀਂ ਤਾਂ ਹੁਣ ਨਸ਼ਿਆਂ ਦੇ ਉਲਟ ਬੋਲਣ ਵਾਲਿਆਂ 'ਚ ਸਭ ਤੋਂ ਅੱਗੇ ਹਾਂ ਜੀ। ਸੋ ਮੈਂ ਸਮਝਦਾ ਸਾਹਿਬ ਗੁਰਵੇਲ ਸਿੰਘ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ। ਔਰ ਉਸ ਕਿਤਾਬ ਦੀ ਇਤਨੀ ਡਿਮਾਂਡ ਹੈ ਜੀ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਪੰਜਾਬ ਜਿਹੜਾ ਉਹ ਨਸ਼ਿਆਂ ਦਾ ਦਰਿਆ ਬਣ ਚੁੱਕਾ ਹੈ। ਕਿਸ ਕਿਸਮ ਦੇ ਨਸ਼ੇ, ਕਰੋੜਾਂ ਰੁਪਏ, ਸੈਂਕੜੇ ਕਰੋੜਾਂ ਰੁਪਏ ਦੇ ਨਸ਼ੇ ਹਰ ਰੋਜ਼ ਪਕੜੇ ਜਾ ਰਹੇ ਨੇ। ਅਲਟੀਮੇਟਲੀ ਤੇ ਇਹ ਇੱਥੇ ਬਰਬਾਦੀ ਕਰਨਗੇ। ਸੋ ਉਹ ਕਿਤਾਬ ਜਿਹੜੀ ਹੈ ਮੈਂ ਤਾਂ ਕਹਿੰਦਾ ਉਸਨੂੰ ਹਰ ਧਾਰਮਿਕ ਏਜੰਸੀ, ਹਰ ਗੁਰਦੁਆਰਾ, ਹਰ ਸਿੱਖ ਜਾਂ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਮਨੁੱਖ ਉਸ ਕਿਤਾਬ ਨੂੰ ਛਪਵਾ ਕੇ ਫਰੀ ਵੰਡੇ ਤਾਂ ਕਿ ਘਰ ਘਰ 'ਚੋਂ ਜਾਵੇ, ਬੱਚਿਆਂ ਨੂੰ ਉਤਸ਼ਾਹਿਤ ਕਰੇ। ਅਸੀਂ ਸਕੂਲਾਂ 'ਚ ਵੰਡਿਆ, ਮੇਲਿਆਂ 'ਚ ਵੰਡਿਆ, ਦੀਵਾਨਾਂ 'ਚ ਵੰਡਿਆ, ਗੁਰਮਤਿ ਸਥਾਨਾਂ 'ਤੇ ਵੰਡੀ ਹੈ। ਜਿੱਥੇ ਵੀ ਵੰਡੀ ਹੈ ਉਸ ਦਾ ਬੜਾ ਪੋਜ਼ੀਟਿਵ ਰਿਜ਼ਲਟ ਆਇਆ ਵੀ ਇਹ ਕਿਤਾਬ ਬਣਨ ਤੋਂ ਬਾਅਦ ਸਾਡੀ ਜ਼ਿੰਦਗੀ 'ਚ ਬਹੁਤ ਵੱਡੀ ਤਬਦੀਲੀ ਆਈ ਹੈ, ਚੰਗਾ ਮੋੜ ਆਇਆ, ਖੁਸ਼ੀ ਭਰਿਆ ਮੋੜ ਆਇਆ ਔਰ ਸਾਡੀ ਜ਼ਿੰਦਗੀ ਬਚ ਗਈ, ਸਾਡਾ ਪਰਿਵਾਰ ਬਚ ਗਿਆ, ਸਾਡਾ ਖਾਨਦਾਨ ਦੀ ਸ਼ਾਨ ਬਚ ਗਈ। ਪਿਆਰੇ ਦਰਸ਼ਕੋ, ਅਸਲ ਵਿੱਚ ਮੈਂ ਤੁਹਾਨੂੰ ਦਰਸ਼ਕ ਕਹਿਣਾ ਨਹੀਂ, ਤੁਹਾਨੂੰ ਮੈਂ ਆਪਣੇ ਵੀਰ ਭੈਣਾਂ, ਬੱਚੇ ਜਾਂ ਬਜ਼ੁਰਗ ਕਹਿਣਾ ਜ਼ਿਆਦਾ ਫਖਰ ਮਹਿਸੂਸ ਕਰਦਾ ਹਾਂ, ਕਿਉਂਕਿ ਤੁਸੀਂ ਸਾਡੇ ਹੋ। ਟੀਵੀ ਮਾਧਿਅਮ ਹੈ ਜਿਸ ਦੇ ਰਾਹੀਂ ਅਸੀਂ ਆਪਣੀ ਆਵਾਜ਼ ਗੁਰਮਤਿ ਦੀਆਂ ਸੇਧਾਂ ਤੁਹਾਨੂੰ ਦੇਣ ਦੇ ਵਾਸਤੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਤੇ ਮੈਂ ਇੱਥੇ ਇਹ ਗੱਲ ਕਹਿਣੀ ਚਾਹਾਂਗਾ ਕਿ ਅੱਜ ਜੇ ਡਾਕਟਰ ਸਾਹਿਬ ਦੀ ਕਿਤਾਬ ਕਿਸੇ ਵੀ ਬੱਚੇ ਨੂੰ ਪੜ੍ਹਾ ਦਿੱਤੀ ਜਾਏ ਤੇ ਉਹ ਕਿੰਨੇ ਵੀ ਨਸ਼ੇ ਕਰਦਾ ਹੋਵੇ ਉਹ ਨਸ਼ੇ ਛੱਡ ਜਾਏਗਾ। ਔਰ ਖਾਸ ਕਰਕੇ ਮੈਂ ਤੇ ਇਹ ਵੀ ਚਾਹੁੰਦਾ ਡਾਕਟਰ ਸਾਹਿਬ ਕਿ ਇਹ ਕਿਤਾਬ ਹੈ ਜਿਹੜੀ ਨਾ 10ਵੀਂ ਤੋਂ ਬਾਅਦ ਹਰ ਬੱਚੇ ਨੂੰ ਹਰ ਸਕੂਲ 'ਚ ਲਾਜ਼ਮੀ ਤੌਰ 'ਤੇ ਪੜ੍ਹਾਈ ਜਾਣੀ ਚਾਹੀਦੀ ਹੈ। ਪਰ ਸ਼ਾਇਦ ਸਾਡੀਆਂ ਸਰਕਾਰਾਂ ਨੇ ਜਿਹੜੀਆਂ ਉਹ ਇੰਨੀਆਂ ਸਮਾਜ ਸੁਧਾਰ ਵੱਲ ਗੰਭੀਰ ਨਹੀਂ ਹੁੰਦੀਆਂ, ਕਿਉਂਕਿ ਉਹਨਾਂ ਨੂੰ ਹੋਰ ਕੁਛ ਮੁੱਦੇ ਜ਼ਿਆਦਾ ਹੁੰਦੇ। ਮੈਂ ਤੁਹਾਡੀ ਸੋਚ ਨੂੰ ਬਹੁਤ ਸ਼ਾਬਾਸ਼ੀ ਦੇਣਾ, ਕਿਉਂਕਿ ਮਸਲਾ ਇਤਨਾ ਵੱਡਾ ਹੋ ਚੁੱਕਾ ਹੈ ਕਿ ਇਹ ਸਾਡੇ ਸਿਲੇਬਸ ਦਾ ਹਿੱਸਾ ਹੋਣਾ ਚਾਹੀਦਾ। ਸਾਡੇ ਬੱਚਿਆਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਹੈ ਵੀ ਜਿਸ ਰਸਤੇ ਤੇ ਅਸੀਂ ਸ਼ੌਕੀਆ ਪੈ ਚੱਲੇ ਹਾਂ ਜਾਂ ਦੇਖੋ ਦੇਖੀ ਪੈ ਚੱਲੇ ਹਾਂ ਉਹ ਸਾਨੂੰ ਅੱਗੇ ਜਾ ਕੇ ਲਿਜਾਏਗਾ ਕਿੱਥੇ ਤੇ ਸਾਡੇ ਨਾਲ ਬਣੇਗਾ ਕੀ। ਇਸ ਵਾਸਤੇ ਮੈਂ ਸਮਝਦਾ ਇੱਕ ਅੱਛਾ ਸਕੂਲ, ਇੱਕ ਅੱਛਾ ਮਾਂ ਬਾਪ, ਇੱਕ ਅੱਛਾ ਸਮਾਜ, ਇੱਕ ਅੱਛੀ ਸਰਕਾਰ, ਉਹਦਾ ਫਰਜ਼ ਬਣਨਾ ਚਾਹੀਦਾ ਹੈ ਕਿ ਉਹ ਆਪਣੀ ਅਗਲੀ ਜਨਰੇਸ਼ਨ ਨੂੰ, ਨਵੀਂ ਪੀੜ੍ਹੀ ਨੂੰ, ਨਵੇਂ ਬੱਚਿਆਂ ਨੂੰ ਸੁਚੇਤ ਕਰਨ ਵੀ ਇਹ ਰਸਤਾ ਖਤਰੇ ਦਾ ਭਰਿਆ ਰਸਤਾ ਹੈ, ਇਹਦੇ 'ਚ ਇਹ ਖਤਰੇ ਨੇ, ਅਗਰ ਤੁਸੀਂ ਇਹਨਾਂ ਤੋਂ ਬਚਾ ਰੱਖ ਸਕੋਗੇ ਤਾਂ ਤੁਹਾਡੀ ਜ਼ਿੰਦਗੀ ਇੱਕ ਬਹੁਤ ਖੂਬਸੂਰਤ ਜ਼ਿੰਦਗੀ ਬਣੇਗੀ। ਔਰ ਅੱਛਾ ਸੰਸਾਰ ਅੱਛੇ ਸਮਾਜ ਨਾਲ ਹੀ ਬਣਦਾ ਹੈ, ਅੱਛੇ ਬੱਚਿਆਂ ਨਾਲ ਹੀ ਬਣਦਾ ਹੈ, ਅੱਛੇ ਸ਼ਹਿਰੀਆਂ ਨਾਲ ਹੀ ਬਣਦਾ ਹੈ। ਇਸ ਵਾਸਤੇ ਜੇ ਸਾਨੂੰ ਨੇ ਗੁਰੂ ਸਾਹਿਬਾਨ 239 ਸਾਲ ਦੀ ਕਾਲਨਾ ਕਾਲ ਕੇ 10 ਗੁਰੂ ਸਾਹਿਬਾਨ ਨੇ ਜੋ ਜੀਵਨ ਜਾਂਚ ਦਿੱਤੀ ਹੈ ਔਰ ਇਤਨੀ ਲਾਜਵਾਬ ਹੈ ਕਿ ਉਸ ਵਿੱਚ ਸੱਚ ਹੈ, ਨੇਕੀ ਹੈ, ਪਿਆਰ ਹੈ, ਹਮਦਰਦੀ ਹੈ, ਸੇਵਾ ਹੈ, ਸਿਮਰਨ ਹੈ, ਸਰਬੱਤ ਦਾ ਭਲਾ ਹੈ, ਵੰਡ ਛਕਣ ਦੀ ਗੱਲ ਹੈ, ਸਭ ਕੋ ਵੀ ਤਾਂ ਆਪਨ ਖੀਨਾ ਦੀ ਗੱਲ ਹੈ। ਤੇ ਇਹ ਗੱਲ ਅਸੀਂ ਕਿਉਂ ਨਾ ਸਾਰੇ ਸੰਸਾਰ ਤੱਕ ਸਾਂਝੀ ਕਰ ਸਕੀਏ ਤਾਂ ਕਿ ਸੰਸਾਰ ਸੁਖੀ ਹੋਵੇ, ਪਿਆਰ ਵਾਲਾ ਹੋਵੇ, ਮੁਰੱਬਤ ਵਾਲਾ ਹੋਵੇ, ਉਸ ਵਿੱਚ ਇੱਕ ਦੂਜੇ ਬਾਰੇ ਸਿੱਖ ਹੋਵੇ, ਹਮਦਰਦੀ ਹੋਵੇ, ਚਾਹ ਹੋਵੇ, ਮਨੁੱਖ ਦੇ ਕੰਮ ਆਉਣ ਵਾਲਾ ਹੋਵੇ। ਇਸ ਵਾਸਤੇ ਮੈਂ ਇਹ ਕਹਿਣਾ ਇਹ ਸਾਰਾ ਹੀ ਲਿਟਰੇਚਰ ਤੁਹਾਡੀ ਜਿਸ ਕਿਤਾਬ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਔਰ ਸਾਡੀਆਂ ਸਾਰੀਆਂ ਕਿਤਾਬਾਂ ਅਸੀਂ ਸਰਬੱਤ ਦੇ ਭਲੇ ਨੂੰ ਸਾਹਮਣੇ ਰੱਖ ਕੇ ਲਿਖੀਆਂ ਔਰ ਇਹਨਾਂ ਨੂੰ ਅਸੀਂ ਸ਼ਬਦ ਦਾ ਯੱਗ ਕਹਿੰਦੇ ਹਾਂ। ਜਿਵੇਂ ਖਾਣੇ ਦਾ ਲੰਗਰ ਸਿੱਖ ਕੌਮ 'ਚ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਫਰੀ ਚੱਲਦਾ ਆ ਰਿਹਾ ਔਰ ਉਹ ਸਾਡੇ ਸਰੀਰ ਨਾਲ ਸੰਬੰਧਿਤ ਹੈ। ਇੱਥੇ ਅਸੀਂ ਡਾਕਟਰ ਸਾਹਿਬ ਤੋਂ ਇਹ ਵੀ ਪੁੱਛਣਾ ਹੈ ਅਜੇ ਕਿ ਇਹ ਜੋ ਸ਼ਬਦ ਯੱਗ ਦਾ ਕਨਸੈਪਟ ਹੈ ਇਹ ਕਿੱਥੋਂ ਤੇ ਕਿਸ ਤਰ੍ਹਾਂ ਪੈਦਾ ਹੋਇਆ, ਪਰ ਉਸ ਤੋਂ ਪਹਿਲੇ ਅਜੇ ਹੋਰ ਕਈ ਚੀਜ਼ਾਂ ਪੁੱਛਣ ਵਾਲੀਆਂ ਨੇ, ਅਸੀਂ ਸਟੈਪ ਬਾਏ ਸਟੈਪ ਅੱਗੇ ਚੱਲਾਂਗੇ। ਸਭ ਤੋਂ ਪਹਿਲੇ ਦਰਸ਼ਕਾਂ ਨੂੰ ਮੈਂ ਇਹ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਡਾਕਟਰ ਸਾਹਿਬ ਨੇ ਜੋ ਕਿਤਾਬਾਂ ਲਿਖੀਆਂ ਨੇ, ਖਾਸ ਕਰਕੇ ਸਿੱਖੀ ਮਹਾਨ, ਪਰਾਇਆਂ ਦੇ ਅਨੁਮਾਨ, ਉਸ ਤੋਂ ਬਾਅਦ ਅਸੀਂ ਚੱਲਦੇ ਹਾਂ ਕੇਸ ਪ੍ਰਸੰਗ। ਇਹ ਕਿਤਾਬਾਂ ਜੇਕਰ ਪੜ੍ਹ ਲਈਆਂ ਜਾਣ ਤਾਂ ਇਹਨਾਂ ਕਿਤਾਬਾਂ ਦੇ ਵਿੱਚੋਂ ਪੜ੍ਹ ਕੇ ਸਾਨੂੰ ਜੋ ਸਿੱਖੀ ਦੇ ਖਾਸ ਦਰਸ਼ਨ ਹੁੰਦੇ ਆ
ਉਹ ਸਿਰਫ ਇੱਕ ਚੰਗਾ ਸਿੱਖ ਹੀ ਨਹੀਂ, ਇੱਕ ਵਿਸ਼ਵ ਦਾ ਚੰਗਾ ਇਨਸਾਨ ਬਣ ਸਕਦਾ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਤੁਹਾਨੂੰ ਆਪਣਾ ਇੱਕ ਤਜਰਬਾ ਦੱਸਦਾ ਹਾਂ ਜੀ। ਪਿਛਲੇ ਸਾਲ ਅਸੀਂ ਨਿਊਯਾਰਕ ਦੀਆਂ 83 ਲਾਇਬ੍ਰੇਰੀਆਂ ਵਿੱਚ ਆਪਣੀਆਂ ਅੰਗਰੇਜ਼ੀ ਦੀਆਂ 22 ਕਿਤਾਬਾਂ ਉੱਥੇ ਗਵਰਨਮੈਂਟ ਦੀ ਮਨਜ਼ੂਰੀ ਲੈ ਕੇ ਰਖਵਾਈਆਂ ਜੀ। ਔਰ ਤੀਸਰੇ ਦਿਨ ਜਿਸ ਦਿਨ ਅਸੀਂ ਕਿਤਾਬਾਂ ਉੱਥੇ ਰਖਵਾਈਆਂ ਜੀ, ਤੀਸਰੇ ਦਿਨ ਜਿਹੜਾ ਨਿਊਯਾਰਕ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ ਉੱਥੇ ਗੋਰੇ ਦੀ ਟੈਲੀਫੋਨ ਆਈ ਅਮਰੀਕਨ ਦੀ ਕਿ ਮੈਂ ਐਕਸਲੈਂਸ ਆਫ ਸਿੱਖਿਜ਼ਮ ਕਿਤਾਬ ਪੜ੍ਹੀ ਹੈ। ਮੈਂ ਤਾਂ ਸਿੱਖਾਂ ਨੂੰ ਪਹਿਲੇ ਜਾਂ ਟੈਕਸੀ ਡਰਾਈਵਰ ਸਮਝਦਾ ਸਾਂ ਜਾਂ ਗੈਸ ਪਾਉਣ ਵਾਲਾ ਸਮਝਦਾ ਸਾਂ ਜਾਂ ਕੋਈ ਛੋਟਾ ਮੋਟਾ ਕੰਮ ਕਰਨ ਵਾਲਾ ਸਮਝਦਾ ਸਾਂ, ਪਰ ਇਹ ਕਿਤਾਬ ਪੜ੍ਹਨ ਤੋਂ ਬਾਅਦ ਮੈਂ ਮਹਿਸੂਸ ਕਰਦਾ ਕਿ ਸਿੱਖ ਤੇ ਦੁਨੀਆ ਦਾ ਯੂਨੀਕ ਇਨਸਾਨ ਹੈ, ਸਭ ਤੋਂ ਉੱਤਮ ਇਨਸਾਨ ਦੁਨੀਆ 'ਚ ਅਗਰ ਹੈ ਤਾਂ ਸਿੱਖ ਹੈ। ਬਾਕੀ ਰੈਸਟ ਆਫ ਦਾ ਵਰਲਡ ਇਜ਼ ਦ ਰੈਸਟ ਆਫ ਦਾ ਵਰਲਡ, ਉਹ ਨੰਬਰ 2 ਦੇ ਉੱਤੇ ਆਉਂਦੀ ਹੈ ਜੀ। ਉਹ ਬੜੀ ਵੱਡੀ ਸ਼ਬਦਾਂ ਨਾਲ ਇਹ ਗੱਲ ਕਰ ਰਿਹਾ ਸੀ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਕਿਹਾ ਕਿ ਜਿਸ ਬੰਦੇ ਦੀ ਕਿਤਾਬ ਲਿਖੀ ਤੁਸੀਂ ਉਹਦੇ ਨਾਲ ਗੱਲ ਕਰਨਾ ਚਾਹੁੰਦੇ ਹੋ? ਉਹ ਕਹਿੰਦੇ ਉਹ ਤਾਂ ਇੰਡੀਆ ਹੋਏਗਾ। ਕਹਿੰਦਾ ਨਹੀਂ, ਬਾਈ ਚਾਂਸ ਮੇਰੇ ਕੋਲ ਬੈਠਾ ਹੈ ਜੀ। ਉਹ ਕਹਿੰਦਾ ਫਿਰ ਮੇਰੀ ਤੁਰਤ ਗੱਲ ਕਰਾਓ। ਮੇਰੀ ਉਹਦੇ ਨਾਲ ਗੱਲ ਹੋਈ, ਉਸਨੇ 10-15 ਮਿੰਟ ਇਹ ਕਿਹਾ ਕਿ ਕਿਤਾਬ ਪਰਸੋਂ ਤੁਸੀਂ ਰੱਖ ਕੇ ਗਏ ਹੋ, ਪਰਸੋਂ ਮੈਂ ਇਸ਼ੂ ਕਰਵਾਈ ਹੈ ਤੇ ਮੈਂ ਇਹਨੂੰ ਛੱਡ ਨਹੀਂ ਸਕਿਆ, ਪੜ੍ਹ ਲੱਗਿਆ। ਔਰ ਮੈਂ ਹੈਰਾਨ ਹੋ ਗਿਆ ਕਿ ਤੁਹਾਡੇ ਬਾਰੇ ਦੁਨੀਆ 'ਚ ਇਤਨੇ ਸੋਹਣੇ ਸੋਹਣੇ ਲਫ਼ਜ਼ ਬੋਲੇ ਜਾ ਰਹੇ ਜੀ। ਤੁਹਾਡੇ ਅਖਲਾਕ ਦੀ ਇਤਨੀ ਉਚਾਈ ਹੈ, ਇਤਨੀ ਪਕਿਆਈ ਹੈ, ਇਤਨੀ ਨਫਾਸਤ ਹੈ। ਦੁਨੀਆ 'ਚ ਕਿਸੇ ਬੰਦੇ ਨੇ ਇਹੋ ਜਿਹਾ ਆਦਰਸ਼ ਪੈਦਾ ਨਹੀਂ ਕੀਤਾ ਜਿਸ ਤਰ੍ਹਾਂ ਤੁਸੀਂ ਕੀਤਾ, ਔਰ ਜਿਤਨੀਆਂ ਕੁਰਬਾਨੀਆਂ ਦੇ ਕੇ ਤੁਸੀਂ ਇਸਨੂੰ ਸੰਭਾਲਿਆ, ਪ੍ਰਚਾਰਿਆ, ਇਹ ਵੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਮਿਸਾਲ ਹੈ। ਤਾਂ ਮੈਂ ਬਹੁਤ ਹੀ ਖੁਸ਼ੀ ਮਹਿਸੂਸ ਕੀਤੀ ਕਿ ਇੱਕ ਕਿਤਾਬ ਦੇ 2 ਦਿਨ 'ਚ ਪੜ੍ਹਨ ਨਾਲ ਇੱਕ ਪ੍ਰੋਫੈਸਰ ਅਮਰੀਕਾ ਦਾ ਉਸ ਦੀ ਕਾਇਆਕਲਪ ਹੋ ਗਈ, ਉਸ ਦਾ ਨਕਸ਼ਾ ਹੀ ਬਦਲ ਗਿਆ, ਉਸ ਦੀ ਸੋਚ ਹੀ ਬਦਲ ਗਈ ਹੈ। ਇਸ ਵਾਸਤੇ ਮੈਂ ਮਹਿਸੂਸ ਕਰਦਾ ਕਿ ਇਹ ਲਿਟਰੇਚਰ ਅੱਜ ਕੱਲ੍ਹ ਜ਼ਮਾਨਾ ਇਸੇ ਚੀਜ਼ ਦਾ ਹੈ। ਡਾਕਟਰ ਸਾਹਿਬ, ਤੁਹਾਡੀ ਇਨਫੋਰਮੇਸ਼ਨ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਖੁਦ ਮੈਂ ਵੀ ਟੀਚਿੰਗ ਲਾਈਨ ਦੇ ਵਿੱਚੋਂ ਹਾਂ ਤੇ ਇਹ ਕਿਤਾਬਾਂ ਮੈਂ ਆਪਣੇ ਅਸੈਂਬਲੀ ਹਾਲ 'ਚ ਖਾਸ ਕਰਕੇ 2 ਕਿਤਾਬਾਂ, ਇੱਕ ਕੇਸ਼ ਪ੍ਰਸੰਗ ਤੇ ਦੂਸਰਾ ਸਿੱਖੀ ਮਹਾਨ ਪਰਾਇਆਂ ਦੇ ਅਨੁਮਾਨ, ਇਹਨਾਂ ਦੇ ਇੱਕ ਪੈਸੇਜ ਰੋਜ਼ ਮੈਂ ਅਸੈਂਬਲੀ 'ਚ ਬੱਚਿਆਂ ਤੋਂ ਬੁਲਵਾਉਂਦਾ ਹੁੰਦਾ ਸੀ। ਉਹਦਾ ਰਿਜ਼ਲਟ ਇਹ ਨਿਕਲਿਆ ਕਿ ਬੱਚਿਆਂ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਲਈ ਸਿਰਫ ਪ੍ਰਾਊਡ ਹੀ ਪੈਦਾ ਨਹੀਂ ਹੋਇਆ, ਉਹਨਾਂ ਨੂੰ ਇਹ ਲੱਗਣ ਲੱਗਾ ਕਿ ਅਸੀਂ ਕੀ ਹਾਂ, ਅਸੀਂ ਤੇ ਸ਼ੇਰ ਹਾਂ, ਅਸੀਂ ਤੇ ਸਹੀ ਅਰਥਾਂ 'ਚ ਇਨਸਾਨੀਅਤ ਸੰਭਾਲੀ ਹੋਈ ਹੈ, ਪਰ ਉਹਨੂੰ ਅੰਦਰੋਂ ਪ੍ਰਗਟ ਕਰਨ ਲਈ ਕੋਈ ਸਾਧਨ ਚਾਹੀਦਾ ਹੈ। ਉਹ ਸਾਧਨ ਤੁਹਾਡੀਆਂ ਕਿਤਾਬਾਂ ਬਣ ਗਈਆਂ। ਮੈਂ ਤੁਹਾਡਾ ਧੰਨਵਾਦੀ ਹਾਂ ਕਿ ਇਹ ਗੱਲ ਬਣੀ ਹੈ। ਤੇ ਉਸ ਤੋਂ ਅੱਗੇ ਅਸੀਂ ਚੱਲਦੇ ਹਾਂ। ਇਹ ਜੋ ਸਭ ਤੋਂ ਵੱਡੀ ਗੱਲ ਡਾਕਟਰ ਸਾਹਿਬ ਮੈਂ ਤੁਹਾਡੇ ਨਾਲ ਇੱਕ ਕਰਨੀ ਹੈ, ਅੱਜ ਕੋਈ ਕਿਤਾਬ ਛਪਵਾਣੀ ਹੈ, ਉਹਦੇ ਪਿੱਛੇ ਇੱਕ ਤੇ ਮੋਟਿਵ ਹੋ ਜਾਂਦਾ ਕਿ ਛਪਵਾ ਲਓ, ਔਰ ਉਸ ਤੋਂ ਬਾਅਦ ਕਿੰਨੀ ਕਮਾਈ ਦੇਵੇਗੀ ਉਸੇ ਤਰੀਕੇ ਦੇ ਨਾਲ ਛਪਾਓ ਜੇ ਇਹਦੇ ਵਿੱਚੋਂ ਸਾਨੂੰ ਕਮਾਈ ਆਉਣੀ ਹੈ, ਪੈਸਾ ਆਉਣਾ ਹੈ। ਪਰ ਮੈਂ ਹੈਰਾਨ ਹੁੰਦਾ ਇੰਨੀਆਂ ਕਿਤਾਬਾਂ ਉਹ ਤੁਸੀਂ ਛਪਵਾਉਂਦੇ ਵੀ ਹੋ ਔਰ ਇਹਨਾਂ 'ਚੋਂ ਕਮਾਉਂਦੇ ਵੀ ਕੁਝ ਨਹੀਂ, ਫ੍ਰੀ ਦੇ ਵਿੱਚ ਵੰਡੀ ਜਾਂਦੇ ਹੋ। ਖਾਸ ਕਰਕੇ ਜੇ ਮੈਂ ਇਹ ਕਿਤਾਬ ਦੀ ਗੱਲ ਕਰਾਂ ਤੇ ਇੱਕ ਕਿਤਾਬ 500-600 ਰੁਪਏ ਤੋਂ ਘੱਟ ਦੀ ਨਹੀਂ। ਦੇਖੋ ਹੁਣ ਇਹ ਕਿਤਾਬ ਜਿਹੜੀ ਹੈ ਇਹ ਵਾਕਈ ਇਤਨੀ ਸੋਹਣੀ, ਇਹਦਾ ਕਾਗਜ਼ ਇਤਨਾ ਵਧੀਆ, ਇਹਦੀ ਛਪਾਈ ਇਤਨੀ ਵਧੀਆ। ਅਸੀਂ ਕੋਸ਼ਿਸ਼ ਕੀਤੀ ਇਸ 'ਚ ਕੋਈ ਚੀਜ਼ ਕਮੀ ਨਾ ਰਹੇ ਜੀ। ਔਰ ਮੈਨੂੰ ਕਮਾਲ ਦੀ ਗੱਲ ਹੈ ਕਿ ਅਸੀਂ ਇਸ ਕਿਤਾਬ ਨੂੰ ਜਦੋਂ ਅਮਰੀਕਾ ਦੀ ਲਾਇਬ੍ਰੇਰੀ 'ਚ ਰੱਖਣ ਵਾਸਤੇ ਭੇਜਦੇ ਹਾਂ ਜੀ, ਤਾਂ ਉਹ ਇਸ ਦੇ ਉੱਤੇ 7 ਸਟਾਰ ਦਾ ਲੇਬਲ ਲਗਾਉਂਦੇ ਵੀ ਇਹ 7 ਸਟਾਰ ਦੀ ਕਿਤਾਬ ਹੈ, ਜਦਕਿ ਅਮਰੀਕਾ ਦੀ ਛਪੀਆਂ ਕਿਤਾਬਾਂ 5 ਔਰ 6 ਸਟਾਰਸ ਦੀਆਂ ਹੈਗੀਆਂ ਜੀ। ਤਾਂ ਮੈਂ ਸਮਝਦਾ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ। ਔਰ ਫਿਰ ਕਿਤਾਬ ਫ੍ਰੀ ਹੋਵੇ ਔਰ ਇਤਨੀ ਵਧੀਆ ਹੋਵੇ, ਇਹਦਾ ਕਾਗਜ਼ ਇੰਪੋਰਟਡ, ਇਹਦੀ ਸਵਾਈ ਇੰਪੋਰਟਡ, ਇਹਦੀ ਲੈਮੀਨੇਸ਼ਨ, ਇਹ ਉੱਤੇ ਜਿਹੜੀ ਐਮਬਾਸਿੰਗ ਕੀਤੀ ਹੈ, ਇਹ 6-7 ਰੁਪਏ ਸਿਰਫ ਸਾਨੂੰ ਐਮਬਾਸਿੰਗ ਦਾ ਖਰਚ ਹੈ। ਨਵ ਕਰੀਏ ਤਾਂ ਵੀ ਗੁਜ਼ਾਰਾ ਹੋ ਸਕਦਾ ਹੈ, ਪਰ ਅਸੀਂ ਕਹਿੰਦੇ ਜੇ ਸਿੱਖੀ ਦੀ ਸ਼ਾਨ ਹੈ ਜੀ ਤੇ ਹਰਿਮੰਦਰ ਸਾਹਿਬ ਦਾ ਮਾਣ ਹੈ ਤਾਂ ਫਿਰ ਉਹ ਕਿਤਾਬ ਵੀ ਇਤਨੀ ਸੋਹਣੀ ਹੋਣੀ ਚਾਹੀਦੀ ਜਿਤਨੀ ਕਿ। ਡਾਕਟਰ ਸਾਹਿਬ, ਇਹਦੇ ਫਿਰ ਦੂਸਰੀ ਚੀਜ਼ ਜੋ ਮੈਂ ਇੱਥੋਂ ਦੇਖ ਰਿਹਾ 101 ਐਡੀਸ਼ਨ ਅਜੇ ਤਾਈਂ ਛਾਪ ਕੇ ਫ੍ਰੀ ਵੰਡ ਦਿੱਤੇ ਆ। ਗੁਰੂ ਦੀ ਕਿਰਪਾ ਹੋਰ ਵੱਧ ਹੋ ਗਈ ਕਿ ਅਸੀਂ ਇਹਦੇ 111 ਐਡੀਸ਼ਨ ਤਿਆਰ ਕਰ ਲਏ ਜੀ। ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖੀ ਹੈ ਕਿ ਜਦੋਂ ਸਾਰੇ ਸਿੰਘ ਸਾਹਿਬਾਨ ਦੀ ਮੀਟਿੰਗ ਹੋਵੇ, ਸਾਰੇ ਜਥੇਦਾਰ ਸਾਹਿਬਾਨ ਦੀ, ਤਾਂ ਤੁਸੀਂ 10 ਮਿੰਟ ਟਾਈਮ ਸਾਨੂੰ ਦਿਓ। ਇਹ ਕਿਤਾਬਾਂ ਅਸੀਂ ਤੁਹਾਡੇ ਕੋਲ ਉੱਥੇ ਰਿਲੀਜ਼ ਕਰਾਉਣਾ ਚਾਹੁੰਦੇ ਹਾਂ। ਇਸ ਹਰਿਮੰਦਰ ਦਰਸ਼ਨ ਕਿਤਾਬ ਦੇ ਅਸੀਂ 111 ਐਡੀਸ਼ਨ ਜੀ ਇਕੱਠੇ ਉੱਥੇ ਰਿਲੀਜ਼ ਕਰਵਾਉਣਾ ਚਾਹੁੰਦੇ ਹਾਂ। ਇਹ ਵੀ ਇੱਕ ਵਰਲਡ ਰਿਕਾਰਡ ਹੋਏਗਾ ਕਿ ਕਿਸੇ ਕਿਤਾਬ ਦੇ 111 ਐਡੀਸ਼ਨ ਇਕੱਠੇ ਰਿਲੀਜ਼ ਹੋ ਰਹੇ ਹੋ ਜੀ। ਔਰ ਤੁਸੀਂ ਇਸ ਨੂੰ ਖੋਲ੍ਹ ਕੇ ਦੇਖੋਗੇ, ਇਹਦੇ 'ਚ ਅਸੀਂ 32 ਕਿਸਮ ਦੀਆਂ ਫੋਟੋਗ੍ਰਾਫਸ ਲਾਈਆਂ ਨਾਲ
ਜੀ ਬਹੁਤ ਡੀਲੈਕਸ ਪੇਪਰ ਤੇ ਛਾਪੀ ਹੈ ਸਾਰੀ ਕਿਤਾਬ ਔਰ ਇਹ ਸੰਗਤਾਂ ਦਾ ਸਹਿਯੋਗ ਨਾਲ ਛਪੀ ਹੈ ਸੰਗਤਾਂ ਇਸ 'ਚ ਫੰਡਿੰਗ ਕਰਦੀਆਂ ਉਸ ਦਾ ਸਿਰਫ ਲਿਖਣ ਪੜ੍ਹਨ ਦੀ ਸੇਵਾ 'ਚ ਲੱਗੇ ਹਾਂ ਲੇਕਿਨ ਇੱਕ ਪ੍ਰੇਰਨਾ ਦੇਣਾ ਵੀ ਤੇ ਬਹੁਤ ਵੱਡੀ ਗੱਲ ਹੈ ਸੰਗਤ ਦੇ ਵਿੱਚ ਇਹ ਕਨਸੈਪਟ ਲੈ ਕੇ ਆਉਣਾ ਇਹ ਇਤਨੀ ਵੱਡੀ ਪਪੂਲੈਰਿਟੀ ਇਸ ਕਿਤਾਬ ਨੂੰ ਮਿਲੀ ਹੈ ਜੀ ਕਿ ਜਦੋਂ ਇਸ ਦੇ 111 ਐਡੀਸ਼ਨ ਪੰਜਾਬੀ ਛਪੇ ਇਸੇ ਤਰ੍ਹਾਂ 40 ਐਡੀਸ਼ਨ ਇਹਦੇ ਅੰਗਰੇਜ਼ੀ ਛਪ ਚੁੱਕੇ ਨੇ ਹਿੰਦੀ 'ਚ ਵੀ ਛਪ ਚੁੱਕੇ ਨੇ ਔਰ ਹਰ ਰੋਜ਼ ਦੀ ਡਿਮਾਂਡ ਇਤਨੀ ਵੱਧਦੀ ਜਾਂਦੀ ਹੈ ਕਿ ਅਸੀਂ ਕੁਝ ਵੀ ਕਰ ਲਈਏ ਪੂਰੀ ਨਹੀਂ ਹੋ ਸਕਦੀ ਮੈਂ ਕਹਿੰਦਾ ਤੁਸੀਂ 10,000 ਕਿਤਾਬ ਲੈ ਕੇ ਹਰਿਮੰਦਰ ਸਾਹਿਬ ਚਲ ਜਾਓ ਰੋਜ਼ ਤੁਸੀਂ ਵੰਡ ਦਿਓ ਉੱਥੇ ਤਾਂ 2 ਲੱਖ ਬੰਦਾ ਰੋਜ਼ ਆਉਂਦਾ ਅਸੀਂ ਫਿਰ ਇਸ ਦੇ ਵਿੱਚ ਛੋਟਾ ਮਟੀਰੀਅਲ ਕੱਢ ਕੇ ਛੋਟੇ ਰੰਗ ਦੀ ਕਿਤਾਬ ਬਣਾਈ ਰੈਲਮ ਆਫ ਹਰਿਮੰਦਰ ਜੀ ਔਰ ਪੰਜਾਬੀ 'ਚ ਬਣਾਈ ਹਰਿਮੰਦਰ ਸ਼ੋਭਾ ਇਹ ਹਰਿਮੰਦਰ ਦਰਸ਼ਨ ਹਰਿਮੰਦਰ ਸ਼ੋਭਾ ਉਹ ਵੀ ਬਹੁਤ ਵੱਡੀ ਗਿਣਤੀ 'ਚ ਵੰਡੀ ਲੇਕਿਨ ਫਿਰ ਵੀ ਪੂਰੀ ਨਹੀਂ ਪਈ ਫਿਰ ਅਸੀਂ ਉਸ ਤੋਂ ਛੋਟੀ ਪਾਕਟ ਸਾਈਜ਼ ਦੀ ਤਿਆਰ ਕੀਤੀ ਸੱਚਖੰਡ ਹਰਿਮੰਦਰ ਪੰਜਾਬੀ ਵਿੱਚ ਤੇ ਹਰਿਮੰਦਰ ਦ ਗੋਲਡਨ ਟੈਂਪਲ ਇਹ ਅੰਗਰੇਜ਼ੀ ਵਿੱਚ ਇਹ ਅਸੀਂ 10,000 ਕਿਤਾਬ ਵੀ ਰੋਜ਼ ਦਰਬਾਰ ਸਾਹਿਬ ਜਾ ਕੇ ਵੰਡਦੇ ਹਾਂ ਔਰ ਜਦੋਂ ਗੋਰੇ ਜਾਂ ਨਾਨ ਪੰਜਾਬੀ ਜਿਹੜੇ ਆਉਂਦੇ ਨੇ ਉਹਨਾਂ ਨੂੰ ਉਹ ਕਹਿੰਦੇ ਜਿਤਨੀ ਦੇਰ ਅਸੀਂ ਟਾਈਮ ਲੱਗਦਾ ਮੱਥਾ ਟੇਕਣ 'ਚ ਉਤਨੀ ਦੇਰ ਅਸੀਂ ਇਸ ਨੂੰ ਦੇਖ ਲੈਂਦੇ ਹਾਂ ਤੇ ਫਿਰ ਜਾ ਕੇ ਜਦੋਂ ਮੱਥਾ ਟੇਕਦੇ ਸਾਡਾ ਆਨੰਦ ਹੀ ਕੁਝ ਹੋਰ ਹੁੰਦਾ ਡਾਕਟਰ ਸਾਹਿਬ ਇੱਕ ਮੈਂ ਹੋਰ ਇਹਦੇ 'ਚੋਂ ਸਵਾਲ ਪੁੱਛਣਾ ਚਾਹਾਂਗਾ ਜੀ ਆਲਮੋਸਟਲੀ ਮੈਂ ਤੁਹਾਡੀ ਕਿਤਾਬ ਵੀ ਦੇਖੀ ਹੈ ਹਰਿਮੰਦਰ ਸਾਹਿਬ ਤੇ ਇਹ ਵਾਲੀ ਹੋਰ ਵੀ ਕਈ ਕਿਤਾਬਾਂ ਦੇਖੀਆਂ ਜਿਨ੍ਹਾਂ ਵਿੱਚ ਹਰਿਮੰਦਰ ਸਾਹਿਬ ਦਾ ਬਾਹਰਲਾ ਇਤਿਹਾਸ ਤਾਂ ਦੱਸ ਦਿੱਤਾ ਜਾਂਦਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਇਸ ਜਗ੍ਹਾ ਤੇ ਇਹ ਕੁਝ ਵਾਪਰਿਆ ਜਿਸ ਨੂੰ ਅਸੀਂ ਫਿਜ਼ੀਕਲ ਹਿਸਟਰੀ ਕਹਿੰਦੇ ਹਾਂ ਪਰ ਉਹਦੇ ਵਿੱਚੋਂ ਆਤਮਾ ਦੇ ਦਰਸ਼ਨ ਉਹਨਾਂ ਕਿਤਾਬਾਂ ਦੇ ਵਿੱਚੋਂ ਨਹੀਂ ਹੁੰਦੇ ਇਸ ਕਿਤਾਬ ਨੂੰ ਜਦ ਪੜ੍ਹਦੇ ਆ ਨਾ ਤੇ ਸਰੀਰ ਤੋਂ ਅੱਗੇ ਆਤਮਾ ਤੱਕ ਪਹੁੰਚਦੀ ਹੈ ਤੁਸੀਂ ਇਸ ਨੂੰ ਬਹੁਤ ਰੀਝ ਨਾਲ ਪੜ੍ਹਿਆ ਲੱਗਦਾ ਸਾਡਾ ਲਿਖਣ ਦਾ ਮਤਲਬ ਇਹ ਸੀ ਕਿ ਹਰਿਮੰਦਰ ਇੱਕ ਬਿਲਡਿੰਗ ਨਹੀਂ ਹੈ ਉਹ ਤਾਂ ਸਾਡੇ ਸਵਾਸ ਨੂੰ ਗਤੀਸ਼ੀਲ ਕਰਨ ਦੀ ਇੱਕ ਕਲਾ ਹੈ ਇੱਕ ਜੁਗਤ ਹੈ ਇੱਕ ਅਕਾਲ ਪੁਰਖ ਦਾ ਸੱਚਖੰਡ ਹੈ ਜਿੱਥੇ ਅਕਾਲ ਪੁਰਖ ਦਾ ਵਾਸ ਹੈ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸ਼ਾਬਦਿਕ ਰੂਪ ਵਿੱਚ ਅਕਾਲ ਪੁਰਖ ਕਹਿੰਦੇ ਹਾਂ ਜੀ ਔਰ ਉੱਥੇ ਪਹਿਲੀ ਵਾਰੀ ਬਿਰਾਜਮਾਨ ਆਦਿ ਗ੍ਰੰਥ ਦੇ ਰੂਪ 'ਚ ਗੁਰੂ ਗ੍ਰੰਥ ਸਾਹਿਬ ਹੋਏ ਮੈਂ ਤਾਂ ਸਮਝਦਾ ਉੱਥੋਂ ਇੱਕ ਪਲ ਇੱਕ ਸਵਾਸ ਜਿਹੜਾ ਹਰਿਮੰਦਰ ਦੀ ਸ਼ਾਨ ਔਰ ਸ਼ਾਬਾ ਔਰ ਆਬਾ ਨੂੰ ਲੈ ਕੇ ਅਸੀਂ ਉੱਥੇ ਅੰਦਰ ਵੜਦੇ ਹੀ ਸਾਡੇ ਅੰਦਰ ਇਸ ਤਰ੍ਹਾਂ ਦੀ ਪਵਿੱਤਰਤਾ ਪੈਦਾ ਹੋ ਜਾਂਦੀ ਹੈ ਕਿ ਅਸੀਂ ਇੱਕ ਨਵੀਂ ਦੁਨੀਆ 'ਚ ਆ ਗਏ ਤੇ ਜੇ ਨਵੀਂ ਦੁਨੀਆ 'ਚ ਆ ਗਏ ਉਸ ਨੂੰ ਫਿਰ ਅਸੀਂ ਸਿਰਫ ਬਿਲਡਿੰਗ ਤੇ ਪੱਥਰ ਤੇ ਸੋਨਾ ਤਾਂ ਨਹੀਂ ਕਹਿ ਸਕਦੇ ਨਾ ਫਿਰ ਤਾਂ ਉਸ ਦੇ ਅੰਦਰ ਉਹੀ ਭਾਵਨਾ ਹੈ ਜਿੱਥੇ ਪਿਛਲੇ 450 ਸਾਲ ਤੋਂ ਇੱਕ ਪਲ ਦਿਨ ਰਾਤ ਸਿਰਫ ਤੇ ਸਿਰਫ ਗੁਰਬਾਣੀ ਹੀ ਗਾਈ ਜਾ ਰਹੀ ਹੈ ਗੁਰਬਾਣੀ ਦਾ ਹੀ ਅਧਿਐਨ ਹੋ ਰਿਹਾ ਹੈ ਸੇਵਾ ਹੀ ਹੋ ਰਹੀ ਹੈ ਨਿਸ਼ਕਾਮ ਸੇਵਾ ਹੋ ਰਹੀ ਹੈ ਲੰਗਰ ਫ੍ਰੀ ਆਉਣਾ ਜਾਣਾ ਫ੍ਰੀ ਰਿਹਾਇਸ਼ ਫ੍ਰੀ ਇਸ਼ਨਾਨ ਫ੍ਰੀ ਸਭ ਕੁਝ ਫ੍ਰੀ ਅਕਾਲ ਪੁਰਖ ਦੇ ਘਰ 'ਚ ਗਿਆ ਉਹਦਾ ਪੁੱਤਰ ਚਾਹੇ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਆਇਆ ਉਹਦੇ ਵਾਸਤੇ ਸਭ ਫੈਸਿਲਿਟੀਜ਼ ਫ੍ਰੀ ਔਰ ਉਸ ਦੀ ਆਤਮਾ ਗਦਗਦ ਕਰ ਉੱਠਦੀ ਹੈ ਕਿ ਇਹ ਇੱਕ ਨਵੀਂ ਦੁਨੀਆ ਹੈ ਸੱਚੀ ਸੁੱਚੀ ਪਿਆਰ ਵਾਲੀ ਸਾਫ਼ ਸੁਥਰੀ ਜਿੱਥੇ ਹਰ ਇੱਕ ਨੂੰ ਬਰਾਬਰੀ ਦੇ ਅਹਿਸਾਸ 'ਚ ਮੇਲ ਹੁੰਦਾ ਉੱਥੇ ਆ ਕੇ ਮਨੁੱਖ ਖਿੜ ਜਾਂਦਾ ਅੰਦਰੋਂ ਬਾਹਰੋਂ ਖਿੜ ਜਾਂਦਾ ਔਰ ਮੈਂ ਸਮਝਦਾ ਜਿੱਥੇ ਅਸੀਂ ਜੈਕਾਰਾ ਵੀ ਨਹੀਂ ਲਾ ਸਕਦੇ ਬੋਲੇ ਸੁਣਨਾ ਸਤਿ ਸ੍ਰੀ ਅਕਾਲ ਦਾ ਤੁਸੀਂ ਉੱਥੇ ਕਿਸੇ ਦਾ ਨਾਮ ਨਹੀਂ ਲੈ ਸਕਦੇ ਤੁਸੀਂ ਨਾਮ ਹੀ ਕਹਿਣਾ ਵਾਹਿਗੁਰੂ ਤੁਹਾਡੀ ਫਲਾਨੀ ਚੀਜ਼ ਡਿੱਗ ਪਈ ਹੈ ਵਾਹਿਗੁਰੂ ਜੀ ਰਸਤਾ ਪੁੱਛਣਾ ਤਾਂ ਵੀ ਵਾਹਿਗੁਰੂ ਕਹਿ ਕੇ ਪੁੱਛਣਾ ਇਹ ਗੱਲਾਂ ਜਿਹੜੀਆਂ ਇਹ ਹਰਿਮੰਦਰ ਸਾਹਿਬ ਦੀ ਜਿਹੜੀ ਸ਼ੋਭਾ ਹੈ ਉਸ ਨੂੰ ਸਾਰੀ ਦੁਨੀਆ 'ਚ ਬ੍ਰਹਿਮੰਡ ਤੱਕ ਲੈ ਗਈਆਂ ਔਰ ਮੈਂ ਤਾਂ ਸਮਝਦਾ ਜਦੋਂ ਉੱਥੋਂ ਡਾਕਟਰ ਸਾਹਿਬ ਆਪਣੇ ਕੋਲ ਸਮੇਂ ਦੀ ਜਿਹੜੀ ਹੈ ਉਹ ਥੋੜ੍ਹੀ ਜਿਹੀ ਘਾਟ ਕਰਕੇ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਉਹ ਭਾਈ ਵੀਰ ਸਿੰਘ ਨੇ ਕਿਹਾ ਸੀ ਫੜ ਰਹੀ ਤਰੀਕ ਸਮੇਂ ਨੇ ਇੱਕ ਨਾ ਮੰਨੀ ਤੇ ਇਹ ਖਿਸਕਦਾ ਜਾ ਰਿਹਾ ਹੈ ਸਭ ਤੋਂ ਪਹਿਲੇ ਤੇ ਅਸੀਂ ਗੱਲ ਕਰੀਏ ਕਿ ਅਜੇ ਤੱਕ ਜਿਹੜੀਆਂ ਖਾਸ ਤੁਹਾਡੀਆਂ ਪੁਸਤਕਾਂ ਨੇ ਜਿਹੜੀਆਂ ਸੰਗਤਾਂ ਦੇ ਵਾਸਤੇ ਤੁਸੀਂ ਬਿਨਾਂ ਕਿਸੇ ਕੀਮਤ ਦੇ ਮੁਹੱਈਆ ਕਰਾਉਂਦੇ ਹੋ ਕਿਹੜੀਆਂ ਸਾਰੀਆਂ ਅਸੀਂ ਹੁਣ ਮੇਰੇ ਕੋਲ ਪੁੱਛੇ ਵੀ ਕਿਹੜੀ ਕਿਤਾਬ ਤੁਹਾਡੀ ਚੰਗੀ ਹੈ ਤਾਂ ਮੈਂ ਮੁਸ਼ਕਿਲ ਹੋਏਗਾ ਕਿ ਜਿਤਨੇ ਵੀ ਬੱਚੇ ਕਿਸੇ ਦੇ ਹੁੰਦੇ ਨੇ ਸਾਰੇ ਹੀ ਕਹਿੰਦੇ ਬਹੁਤ ਚੰਗੇ ਮੈਨੂੰ ਵੀ ਸਾਰੇ ਤੁਹਾਡੇ ਬੱਚੇ ਚੰਗੇ ਲੱਗਦੇ ਆ ਔਰ ਬੜੇ ਪਿਆਰੇ ਲੱਗਦੇ ਆ ਜਿਸ ਵਿਸ਼ੇ ਤੇ ਅਸੀਂ ਲਿਖੀ ਹੈ ਪੜ੍ਹਨ ਵਾਲੇ ਨੇ ਕਿਹਾ ਵੀ ਸਾਨੂੰ ਉਸ 'ਚ ਆਨੰਦ ਆਇਆ ਉਸ 'ਚ ਜਾਣਕਾਰੀ ਮਿਲੀ ਹੈ ਉਹਦੇ 'ਚ ਬੜਾ ਖੁੱਲ੍ਹਾਪਨ ਮਿਲਿਆ ਉਹਦੇ 'ਚ ਬੜੀ ਵਿਸ਼ੇਸ਼ ਕਿਸਮ ਦੀ ਭਾਵਨਾ ਸਰਲਤਾ ਇਕਸਾਰਤਾ ਇਕਸੁਰਤਾ ਔਰ ਅਕਾਲ ਤਖਤ ਦੀ ਮਰਿਆਦਾ ਵਿੱਚ ਰਹਿ ਕੇ ਲਿਖਣ ਵਾਲੀ ਗੱਲ ਹੈ ਇਸ 'ਚ ਕੋਈ ਕੰਟਰੋਵਰਸੀ ਨਹੀਂ ਪਿਆਰ ਹੀ ਪਿਆਰ ਤੇ ਚੜ੍ਹਦੀ ਕਲਾ ਇਹਨਾਂ ਕਿਤਾਬਾਂ ਦਾ ਆਦਰਸ਼ ਹੈ ਔਰ ਮੈਂ ਸਮਝਦਾ
ਅਸੀਂ 94 ਕਿਸਮ ਦੀਆਂ ਕਿਤਾਬਾਂ ਅੰਗਰੇਜ਼ੀ, ਹਿੰਦੀ, ਪੰਜਾਬੀ, ਬੰਗਾਲੀ, ਗੁਜਰਾਤੀ ਵਿੱਚ ਛਾਪ ਕੇ ਸਾਰੇ ਸੰਸਾਰ 'ਚ ਬਿਲਕੁਲ ਮੁਫਤ ਵੰਡ ਰਹੇ ਹਾਂ। ਮੁਫਤ ਦਾ ਮਤਲਬ ਹੈ ਕਿ ਪਾਠਕ ਦੇ ਹੱਥ ਤੱਕ ਪਹੁੰਚਣ ਤੱਕ ਮੁਫਤ ਹੈ। ਅਗਰ ਮੈਨੂੰ ਕੋਈ ਅਮਰੀਕਾ ਤੋਂ ਕੋਈ ਟੈਲੀਫੋਨ ਕਰਦਾ ਵੀ ਕਿਤਾਬ ਸਾਨੂੰ ਭੇਜ ਦਿਓ ਤਾਂ 650 ਰੁਪਏ ਇੱਕ ਕਿਤਾਬ ਦੇ ਉੱਤੇ ਡਾਕ ਟਿਕਟ ਦਾ ਖਰਚ ਹੈ। ਉਹ ਵੀ ਅਸੀਂ ਆਪਣੇ ਕੋਲੋਂ ਖਰਚ ਕਰਕੇ ਭੇਜਦੇ ਹਾਂ ਤਾਂ ਕਿ ਉਸ ਨੂੰ ਕਿਤਾਬ ਮਿਲਣ ਤੱਕ ਉਸ ਨੂੰ ਇੱਕ ਪੈਸਾ ਵੀ ਨਾ ਲਾਣਾ ਪਵੇ। ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਨਵੇਕਲਾ ਜਿਹਾ ਕੰਮ ਹੈ। ਔਰ ਅਸੀਂ ਇੱਕ ਸਾਲ ਵਿੱਚ ਤਕਰੀਬਨ 4 ਲੱਖ ਕਿਤਾਬ ਆਪਣੀਆਂ ਸਾਰੀਆਂ ਕਿਤਾਬਾਂ ਦੀ ਵੱਡੀਆਂ ਛੋਟੀਆਂ ਇਹ ਅਸੀਂ ਛਾਪ ਕੇ ਸਾਰੇ ਸੰਸਾਰ 'ਚ ਵੰਡ ਰਹੇ ਹਾਂ। ਔਰ ਇਹਦੇ ਪਿੱਛੇ ਸਾਰੀ ਸ਼ਕਤੀ ਸੰਗਤ ਦੀ ਹੈ ਜਾਂ ਗੁਰੂ ਰਾਮਦਾਸ ਜੀ ਦੀ ਮਿਹਰ ਹੈ। ਔਰ ਇਹ ਇੱਕ ਨਵੇਕਲਾ ਕਿਸਮ ਦਾ ਕਾਰਜ ਹੈ। ਸਾਰੀ ਦੁਨੀਆ ਕਹਿੰਦੀ ਸੀ ਇਹ ਨਹੀਂ ਚੱਲ ਸਕਦਾ, ਲੇਕਿਨ ਸਤਿਗੁਰੂ ਦੀ ਐਸੀ ਮਿਹਰ ਹੋਈ ਹੈ ਕਿ ਇਹ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ ਔਰ ਅਸੀਂ ਇਸ ਸੇਵਾ 'ਚ ਲੱਗੇ। ਸਾਧ ਸੰਗਤ ਜੀ, ਕੁਝ ਪੁਸਤਕਾਂ ਜੋ ਬਹੁਤ ਹੀ ਪਿਆਰੀਆਂ ਔਰ ਖਾਸ ਕਰਕੇ ਮੈਂ ਇਹ ਪੁਸਤਕਾਂ ਪੜ੍ਹੀਆਂ, ਅੱਜ ਜੋ ਵੀ ਮੇਰੇ ਕੋਲ ਗਿਆਨ ਹੈ, ਜੋ ਕੁਝ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ, ਲਗਭਗ ਉਹ ਸਭ ਕੁਝ ਦੇ ਪਿੱਛੇ ਇਹ ਕਿਤਾਬਾਂ ਹਨ। ਇਹਨਾਂ ਵਿੱਚੋਂ ਇਸ ਵੇਲੇ ਟੇਬਲ ਤੇ ਪਈਆਂ ਜੋ ਪੁਸਤਕਾਂ ਹੈ, ਖਾਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਪੁਸਤਕ ਬਹੁਤ ਵਧੀਆ ਹੈ, ਗੁਰਬਾਣੀ ਸੰਕਲਪ ਪੁਸਤਕ ਹੈ, ਹਰਿਮੰਦਰ ਦਰਸ਼ਨ ਦੀ ਪੁਸਤਕ ਹੈ, ਪੰਜਾਬੀ 'ਚ ਵੀ ਅੰਗਰੇਜ਼ੀ 'ਚ ਵੀ। ਇਸੇ ਤਰ੍ਹਾਂ ਹੀ ਕੇਸ ਪ੍ਰਸੰਗ ਹੈ, ਇਸੇ ਤਰ੍ਹਾਂ ਹੀ ਐਕਸੀਲੈਂਸ ਆਫ ਸਿੱਖਿਜ਼ਮ ਅੰਗਰੇਜ਼ੀ ਵਿੱਚ ਔਰ ਪੰਜਾਬੀ 'ਚ ਇਹਦਾ ਨਾਂ ਹੈ ਸਿੱਖੀ ਮਹਾਨ ਪਰਾਇਆਂ ਦੇ ਅਨੁਮਾਨ। ਔਰ ਇਹ ਕਿਤਾਬਾਂ ਔਰ ਨਾਲ ਦੀ ਨਾਲ ਇੱਕ ਕਿਤਾਬ ਗੁਰਮਤ ਅਤੇ ਨਸ਼ੇ, ਇਹ ਜ਼ਰੂਰ ਪੜ੍ਹੋ ਕਿਉਂਕਿ ਡਾਕਟਰ ਸਾਹਿਬ ਤੋਂ ਲੈ ਕੇ ਇਹ ਕਿਤਾਬਾਂ ਪੜ੍ਹੋਗੇ ਤੇ ਇਸ ਚੀਜ਼ ਦੀ ਗਰੰਟੀ ਮੈਂ ਲੈਂਦਾ ਹਾਂ ਕਿ ਜੀਵਨ ਬਦਲੇਗਾ। ਸਿੱਖੀ ਦੇ ਝਲਕਾਰੇ ਤੁਹਾਡੇ ਅੰਦਰੋਂ ਹੋਣਗੇ, ਫਿਰ ਤੁਸੀਂ ਸਹੀ ਅਰਥਾਂ 'ਚ ਖਾਲਸੇ ਹੋਵੋਗੇ। ਚਲਦਿਆਂ ਚਲਦਿਆਂ ਡਾਕਟਰ ਸਾਹਿਬ ਇੱਕ ਚੀਜ਼ ਪੁੱਛਣ ਵਾਲੀ, ਇਸ ਚੀਜ਼ ਤੁਹਾਨੂੰ ਮਾਨ ਸਨਮਾਨ, ਵੈਸੇ ਤੇ ਸਭ ਤੋਂ ਵੱਡਾ ਮਾਨ ਸਨਮਾਨ ਹੈ ਜਿਹੜਾ ਇਹੀ ਹੈ, ਇਸ ਤੋਂ ਵੱਡਾ ਮਾਨ ਸਨਮਾਨ ਹੋਰ ਕੋਈ ਚਾਹੀਦਾ ਨਹੀਂ। ਇੱਕ ਚੀਜ਼ ਅਸੀਂ 2012 'ਚ ਸੁਣੀ ਸੀ, ਸਾਡੇ ਖੁਦ ਵੀ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਵਿਸ਼ੇਸ਼ ਰੂਪ ਦੇ ਵਿੱਚ ਸਨਮਾਨਿਤ ਕੀਤਾ ਜਾਵੇਗਾ ਇਹਨਾਂ ਪ੍ਰਾਪਤੀਆਂ ਲਈ ਕਿ ਇੰਨੀਆਂ ਮਹਿੰਗੀਆਂ, ਇੰਨੀਆਂ ਮਹਾਨ ਕਿਤਾਬਾਂ ਤੁਸੀਂ ਲਿਖੀਆਂ ਹੀ ਨਹੀਂ, ਲਿਖ ਕੇ ਛਪਵਾਈਆਂ ਹੀ ਨਹੀਂ, ਸਗੋਂ ਲੋਕਾਂ ਦੇ ਵਿੱਚ ਬਿਨਾਂ ਕਿਸੇ ਕੀਮਤ ਤੋਂ ਵੰਡੀਆਂ ਵੀ ਹੈ। ਤੇ ਉਹ ਸਾਰੇ ਮਾਨ ਸਨਮਾਨ ਤੇ ਸਾਰੀਆਂ ਚੀਜ਼ਾਂ ਸਾਂਝੀਆਂ ਕਰੋ, ਕਿਵੇਂ ਹੋਇਆ? ਮੈਨੂੰ ਹੁਣੇ 9 ਨਵੰਬਰ ਨੂੰ ਇੰਗਲੈਂਡ ਸਪੈਸ਼ਲ ਬੁਲਾ ਕੇ ਉਹਨਾਂ ਨੇ ਸਨਮਾਨਿਤ ਕੀਤਾ, ਇੰਟਰਨੈਸ਼ਨਲ ਸਿੱਖ ਇਨ ਸੇਵਾ ਇੰਟਰਨੈਸ਼ਨਲ ਸਿੱਖ ਇਨ ਸੇਵਾ ਦਾ ਅਵਾਰਡ ਦਿੱਤਾ। ਇਸੇ ਤਰ੍ਹਾਂ SGPC ਨੇ ਸਾਲ ਪਹਿਲੇ ਮੈਨੂੰ ਸੇਵਾਦਾਰੇ ਕੌਮ ਦਾ ਅਵਾਰਡ ਦਿੱਤਾ, ਨਾਲ 5 ਲੱਖ ਰੁਪਇਆ ਦਿੱਤਾ। ਇੱਥੇ ਤੁਹਾਡੀ ਪਟਿਆਲੇ ਦੀ ਇੱਕ ਸੁਸਾਇਟੀ ਉਹਨਾਂ ਨੇ ਆਪਣੇ 50ਵੇਂ ਸਾਲ 'ਚ ਮੈਨੂੰ ਸੇਵਾ ਰਤਨ ਦਾ ਅਵਾਰਡ ਦਿੱਤਾ। ਭਾਵੇਂ ਮੈਂ ਇਹ ਮਹਿਸੂਸ ਕਰਦਾ ਕਿ ਇਹ ਕਈ ਵਾਰੀ ਬੰਦੇ ਦੀ ਹਉਮੈ ਵਧਾ ਦਿੰਦੇ ਨੇ, ਪਰ ਜੇ ਕੌਮ ਮਾਣ ਦਿੰਦੀ ਹੈ, ਪਿਆਰ ਦਿੰਦੀ ਹੈ। ਪਰ ਜਿਸ ਗੱਲ ਦਾ ਮੈਨੂੰ ਤੁਸੀਂ ਜ਼ਿਕਰ ਕਰ ਰਹੇ ਹੋ, ਮੈਂ ਉਸ ਅਵਾਰਡ ਦੀ ਅਕਾਲ ਤਖਤ ਸਾਹਿਬ ਜ਼ਰੂਰ ਰੱਖਦਾ, ਕਿਉਂਕਿ ਮੈਂ ਅੱਜ ਤੋਂ 2 ਸਾਲ ਪਹਿਲੇ ਮੈਨੂੰ ਚਿੱਠੀ ਆਈ ਸੀ ਅਕਾਲ ਤਖਤ ਸਾਹਿਬ ਤੋਂ ਕਿ ਸਾਡੇ 5 ਹੀ ਤਖਤ ਸਾਹਿਬਾਨ ਦੇ ਸਿੰਘ ਸਾਹਿਬਾਨ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਸਰੂਪ ਸਿੰਘ ਅਲੱਗ ਤੇ ਬਾਬਾ ਫੌਜਾ ਸਿੰਘ ਦੁੜਾਕ, ਜਿਹੜੇ 101-2 ਸਾਲ ਦੇ ਬਜ਼ੁਰਗ, ਇਹਨਾਂ ਦੋਨਾਂ ਨੇ ਆਪਣੇ ਆਪਣੇ ਖੇਤਰ ਵਿੱਚ ਸਿੱਖੀ ਦੀ ਬਹੁਤ ਸ਼ਾਨਦਾਰ ਸੇਵਾ ਕੀਤੀ ਹੈ। ਇਸ ਵਾਸਤੇ ਅਸੀਂ ਇਹਨਾਂ ਨੂੰ ਅਕਾਲ ਤਖਤ ਤੇ ਸਨਮਾਨਿਤ ਕਰਨਾ ਦਾ ਫੈਸਲਾ ਲਿਆ। ਉਹ ਸਨਮਾਨ ਹੁਣ ਤਕਰੀਬਨ 2 ਸਾਲ ਹੋ ਗਏ, ਹਾਲ ਤੱਕ ਨਹੀਂ ਹੋਇਆ। ਮੈਂ ਉਸ ਦੀ ਉਡੀਕ 'ਚ ਹਾਂ। ਹੁਣ ਇਹ ਵੀ ਨਹੀਂ ਪਤਾ ਮੇਰੀ ਜ਼ਿੰਦਗੀ ਕਿਤਨੀ ਕੁ ਹੋਰ ਹੈ ਜਾਂ ਨਹੀਂ ਹੈ, ਪਰ ਮੈਂ ਚਾਹੁੰਦਾ ਵੀ ਅਕਾਲ ਤਖਤ ਤੋਂ ਕਿਸੇ ਨੂੰ ਝਾੜ ਪੈ ਜਾਏ ਉਹ ਵੀ ਸਮਝਦਾ ਮੈਂ ਬਹੁਤ ਖੁਸ਼ਕਿਸਮਤ ਹਾਂ। ਤੇ ਜੇ ਉੱਥੋਂ ਮੇਰੇ ਵਰਗੇ ਗਰੀਬ ਬੰਦੇ ਨੂੰ ਸ਼ਾਬਾਸ਼ ਮਿਲੇ ਤਾਂ ਡੈਫੀਨਿਟਲੀ ਕੌਮ ਵਾਸਤੇ ਵੀ ਮਾਣ ਦੀ ਗੱਲ ਹੈ ਔਰ ਉਹਨਾਂ ਲੋਕਾਂ ਵਾਸਤੇ ਵੀ ਇੱਕ ਸ਼ਕਤੀ ਦੀ ਗੱਲ ਹੈ ਜਿਹੜੇ ਲੋਕੀ ਨਿਸ਼ਕਾਮ ਰੂਪ 'ਚ ਕੋਈ ਕੰਮ ਕਰ ਰਹੇ ਨੇ। ਮੈਂ ਅਕਾਲ ਤਖਤ ਦਾ ਧੰਨਵਾਦੀ ਹਾਂ ਔਰ ਸਿੰਘ ਸਾਹਿਬਾਨ ਦਾ ਧੰਨਵਾਦੀ ਹਾਂ। ਔਰ ਮੈਂ ਉਡੀਕ ਇਸ ਜ਼ਰੂਰ ਹਾਂ ਕਿ ਜਦੋਂ ਉਹ ਘੜੀ ਆਏਗੀ ਤਾਂ ਮੈਂ ਉਸ ਨੂੰ ਬਹੁਤ ਨਮਸਕਾਰ ਕਰ। ਚਲੋ ਇਸ ਨੂੰ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਗੁਰੂ ਦੇ ਘਰ ਵਿੱਚ ਦੇਰ ਹੈ, ਹਨੇਰ ਨਹੀਂ ਹੈ। ਕਿਰਪਾ ਗੁਰੂ, ਔਰ ਜੋ ਵੀ ਗੁਰੂ ਕਹੇਗਾ, ਜਿਸ ਤਰ੍ਹਾਂ ਵੀ ਗੁਰੂ ਕਰੇਗਾ, ਜੋ ਗੁਰੂ ਦੀ ਰਜ਼ਾ ਹੋਏਗੀ ਉਹ ਸਾਨੂੰ ਪ੍ਰਵਾਨ ਹੈ। ਅਸੀਂ ਗੁਰੂ ਤੇ ਇਹ ਚੀਜ਼ ਛੱਡ ਦਿੰਦੇ ਹਾਂ। ਤੇ ਸਾਧ ਸੰਗਤ ਜੀ, ਇਹ ਸਨ ਸਾਡੀ ਅੱਜ ਦੀ ਖਾਸ ਮੁਲਾਕਾਤ ਵਿੱਚ ਸਾਡੇ ਖਾਸ ਮਹਿਮਾਨ, ਸਿੱਖ ਕੌਮ ਦੀ ਸ਼ਾਨ, ਜਿਨ੍ਹਾਂ ਨੇ ਆਪਣੀ ਕਲਮ ਦੇ ਨਾਲ ਸਿੱਖਾਂ ਨੂੰ ਸਿੱਖੀ ਦੇ ਸਹੀ ਅਰਥਾਂ 'ਚ ਦਰਸ਼ਨ ਕਰਾਇਆ ਕਿ ਸਿੱਖੀ ਕੀ ਹੈ, ਸਿੱਖੀ ਨੂੰ ਜਿਉਣਾ ਕਿਸ ਤਰ੍ਹਾਂ ਹੈ,
ਸਿੱਖੀ ਨੂੰ ਸਮਝਣਾ ਕਿਸ ਤਰ੍ਹਾਂ ਹੈ, ਕਿਉਂਕਿ ਉਸ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅਲੱਗ ਸਾਹਿਬ, ਤੁਸੀਂ ਸਾਡੇ ਇਸ ਖਾਸ ਪ੍ਰੋਗਰਾਮ ਵਿੱਚ ਆਏ, ਸਾਡੀਆਂ ਤੁਹਾਡੇ ਤੋਂ ਬਹੁਤ ਉਮੀਦਾਂ ਹੈ ਕਿ ਤੁਸੀਂ ਇਸੇ ਤਰ੍ਹਾਂ ਹੀ ਕੌਮ ਨੂੰ ਸੇਧਾਂ ਦਿੰਦੇ ਰਹੋਗੇ ਔਰ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਜ਼ਰੂਰ ਆਓਗੇ। ਸਾਡੀ ਇੱਕ ਦਿਲੀ ਇੱਛਾ ਹੈ ਕਿ ਇਹ ਜੋ ਤੁਹਾਡਾ ਖਜ਼ਾਨਾ ਹੈ, ਇਸ ਨੂੰ ਅਸੀਂ ਟੀਵੀ ਦੇ ਰਾਹੀਂ ਵੀ ਇੱਕ ਇੱਕ ਪੰਨਾ, ਇੱਕ ਇੱਕ ਪੇਜ ਕਰਕੇ ਸੰਗਤਾਂ ਤੱਕ ਪਹੁੰਚਾਈਏ, ਤਾਂ ਕਿ ਅੱਜ ਦਾ ਜੋ ਜ਼ਮਾਨਾ ਹੈ ਉਹ ਹੈਗਾ ਹੈ ਵਿਜ਼ੂਅਲਾਈਜੇਸ਼ਨ ਦਾ ਜ਼ਮਾਨਾ, ਤੇ ਉਸ ਦੇ ਵਿੱਚ ਅਸੀਂ ਇਹਦੇ ਵਿੱਚ ਥੋੜ੍ਹਾ ਕੰਮ ਕੀਤਾ ਵੀ ਹੈ। ਸੰਗਤਾਂ ਨੇ ਬੜਾ ਪਸੰਦ ਕੀਤਾ, ਖਾਸ ਕਰਕੇ ਨਸ਼ੇ ਤੇ ਗੁਰਮਤ ਦੇ ਵਿਸ਼ੇ 'ਚ ਅਸੀਂ ਇਹ ਆਸ ਕਰਦੇ ਹਾਂ ਔਰ ਨਾਲ ਹੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਆਪ ਜੀ ਨੂੰ ਚੜ੍ਹਦੀਆਂ ਕਲਾ ਬਖਸ਼ੇ ਔਰ ਤੁਸੀਂ ਇਸੇ ਤਰ੍ਹਾਂ ਹੀ ਸਿੱਖ ਕੌਮ ਦੀ ਸੇਵਾ ਕਰਦੇ ਰਹੋ। ਔਰ ਆਪ ਜੀ ਦਾ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਚੜ੍ਹਦੀ ਕਲਾ ਟਾਈਮ ਟੀਵੀ ਦਾ ਬਹੁਤ ਧੰਨਵਾਦੀ ਹਾਂ, ਇਹਨਾਂ ਪ੍ਰਬੰਧਕਾਂ ਦਾ ਬਹੁਤ ਧੰਨਵਾਦੀ ਹਾਂ। ਤੁਸੀਂ ਸਿੱਖੀ ਦੀ ਸ਼ਾਨ ਵਾਸਤੇ ਕੋਈ ਵੀ ਕਾਰਜ ਐਸਾ ਹੈ ਉਸ ਦੇ ਪਿੱਛੇ ਨਹੀਂ ਹਟਦੇ ਔਰ ਮੈਂ ਸਮਝਦਾ ਇਹ ਵੀ ਬਹੁਤ ਵੱਡੀ ਸੇਵਾ ਜਿਹੜੀ ਵਾਹਿਗੁਰੂ ਤੁਹਾਡੇ ਕੋਲ ਲੈ ਰਿਹਾ। ਮੈਂ ਤੁਹਾਡੀ ਡਿਸਪੋਜ਼ਲ 'ਤੇ ਹਾਂ, ਜਦ ਵੀ ਕਹੋਗੇ ਮੈਂ ਹਾਜ਼ਰ ਰਹਾਂਗਾ ਔਰ ਮੈਂ ਕਮਿਟਡ ਹਾਂ ਕਿ ਜ਼ਿੰਦਗੀ ਦੇ ਅਖੀਰਲੇ ਸਵਾਸ ਤੱਕ ਜੇ ਮਨੁੱਖਤਾ ਦੀ ਸੇਵਾ 'ਚ ਮੇਰਾ ਕੋਈ ਹਿੱਸਾ ਪੈ ਸਕਦਾ ਤੇ ਮੈਂ ਉਸ ਤੋਂ ਪਿੱਛੇ ਨਹੀਂ ਹਟਾਂਗਾ। ਸੋ ਮੈਂ ਤੁਹਾਡਾ ਧੰਨਵਾਦੀ ਹਾਂ, ਬਹੁਤ ਬਹੁਤ ਵਿਸ਼ੇਸ਼ ਧੰਨਵਾਦੀ ਹਾਂ ਔਰ ਸਾਰੇ ਪ੍ਰਬੰਧ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੇ ਦਰਸ਼ਕਾਂ ਨਾਲ, ਆਪਣੇ ਪਾਠਕਾਂ ਨਾਲ ਉਹਨਾਂ ਦੇ ਸਨਮੁਖ ਹੋ ਸਕਾਂ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।